ਪ੍ਰਵਾਸੀ ਪ੍ਰੋਪਰਟੀਜ਼ ਪ੍ਰੋਗਰਾਮ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਕਰਦੇ ਹਾਂ ਬਹੁਤ ਸਵਾਗਤ। ਇਸ ਪ੍ਰੋਗਰਾਮ ਦਾ ਮਕਸਦ ਸਾਡਾ ਇਹ ਹੈ ਜੀ ਕਿ ਰੀਅਲ estate ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ, ਲਗਾਤਾਰ ਤਬਦੀਲੀਆਂ ਆਉਂਦੀਆਂ। ਤਾਂ ਅਸੀਂ ਕੁਝ ਉਹਨਾਂ ਮਾਹਿਰਾਂ ਨੂੰ ਇੱਥੇ ਬੁਲਾਉਂਦੇ ਹਾਂ ਜਿਹੜੇ ਲੰਬੇ ਸਮੇਂ ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਆ, ਇਸ ਇੰਡਸਟਰੀ ਬਾਰੇ ਜਾਣਕਾਰੀ ਰੱਖਦੇ ਆ। ਉਹ ਤੁਹਾਨੂੰ ਆ ਕੇ ਦਿੰਦੇ ਆ ਜਾਣਕਾਰੀ, ਔਰ ਇਹ ਬੜੀ ਤੁਹਾਡੇ ਲਈ ਲਾਹੇਵੰਦ ਜਾਣਕਾਰੀ ਇਸ ਕਰਕੇ ਵੀ ਹੁੰਦੀ ਹੈ ਕਿ ਤੁਸੀਂ ਜਦੋਂ ਕੋਈ ਫੈਸਲਾ ਕਰਨਾ ਹੋਵੇ ਰੀਅਲ estate ਬਾਰੇ ਤੇ ਤੁਹਾਨੂੰ ਮਦਦ ਮਿਲੇ। तो पिछले हफ्ते तुहानूं याद होएगा असीं प्रवीण अरोड़ा होरां नाल और शमशेर ढिल्लों होरां नाल कमर्शियल रीयल estate बारे गलबात कीती सी। तो उहदे बारे उस गल नूं जारी रखांगे क्योंकि जिहड़ी कमर्शियल रीयल estate है असीं लास्ट वीक भी गल कीती सी, इहदे बड़े सारे वक्रियां डायमेंशनस ने, आयाम ने। तो आसान नहीं है इहनूं समझना। इहदे विच होटल की गल कर लो, इहदे विच मोटल की गल कर लो, गैस स्टेशन की गल कर लो, और इहदे विच जिहड़े यूनिट्स ने कमर्शियल यूनिट्स तो लैके प्लाजे लैके बहुत कुछ ये आता है। तो वो बारे तुहानूं असीं आने वाले एपीसोड दे विच हर बारी किसी ना किसी खास सबजैक्ट के उत्ते टॉपिक के उत्ते जानकारी दिया करांगे। तो अज दा जिहड़ा साडा विशा है एक बार फिर तो कमर्शियल दा उहदी गलबात शुरू करते हैं, लेकिन उस तो पहलां इन्हां दा करिए स्वागत। प्रवीण जी स्वागत करते हैं। सैनी साहब मेरे कन्यों प्रवासी ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। शमशेर जी ਤੁਹਾਡਾ भी स्वागत है जी। ਮੇਰੇ ਵੱਲੋਂ ਵੀ ਪ੍ਰਵਾਸੀ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ, ਔਰ ਦਿਓ ਫਿਰ ਅੱਜ ਦੀ ਜਾਣਕਾਰੀ, ਕੋਈ ਲੇਟੈਸਟ ਡਿਵੈਲਪਮੈਂਟ, ਕੋਈ ਰੀਅਲ estate ਮਾਰਕੀਟ ਦੀ ਅਪਡੇਟ। ਸੈਣੀ ਸਾਹਿਬ ਜਿਸ ਤਰ੍ਹਾਂ ਆਪਾਂ ਹਰ ਹਫਤੇ ਗੱਲ ਕਰਦੇ ਹਾਂ, ਇਸ ਵੀਕ ਦਾ ਖੈਰ ਲੇਟੈਸਟ ਜਾਣਕਾਰੀ ਤੁਹਾਡੇ ਕੋਲ ਰਹੀ ਹੈ ਇਲੈਕਸ਼ਨਾਂ ਦੀ ਸਭ ਤੋਂ ਜ਼ਿਆਦਾ। ਹਾਂਜੀ, ਤੇ ਬਾਕੀ ਹੁਣ ਦੇਖਦੇ ਹਾਂ ਆਪਾਂ ਕਿ ਇਲੈਕਸ਼ਨਾਂ ਤੋਂ ਬਾਅਦ ਗਵਰਨਮੈਂਟਸ ਦਾ ਕੋਈ ਜੇ ਚੇਂਜ ਆਉਂਦੀ ਹੈ ਰੀਅਲ estate ਇੰਡਸਟਰੀ ਦੇ ਉੱਤੇ, ਪਰ ਕੋਈ ਲੱਗ ਤਾਂ ਨਹੀਂ ਰਿਹਾ ਕਿ ਕੋਈ ਖੈਰ ਇਹੋ ਜਿਹੀ ਮੇਜਰ ਚੇਂਜ ਆਏਗੀ। ਹਜੇ ਜਿਵੇਂ ਕਹ ਲਓ ਕਿ ਥੋੜਾ ਜਿਹਾ ਟੂ ਅਰਲੀ ਆ ਕੋਈ ਵੀ ਗੱਲ ਕਹਿਣੀ। ਬਾਕੀ ਜਿਸ ਤਰ੍ਹਾਂ ਸੈਣੀ ਸਾਹਿਬ ਦੇ ਵਿੱਚ ਜਿਹੜਾ ਸਬਜੈਕਟ ਰਿਹਾ ਇਸ ਵਾਰ ਦੀ ਡਿਬੇਟਸ ਦੇ ਵਿੱਚ ਉਹ ਸੀ ਅਫੋਰਡੇਬਲ ਹਾਊਸਿੰਗ। ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀ ਕਿ ਸਰਕਾਰਾਂ ਕਹਿ ਤੇ ਰਹੀਆਂ ਹਾਂਜੀ ਕਿ ਜੀ ਅਫੋਰਡੇਬਲ ਹਾਊਸਿੰਗ, ਪਰ ਉਹਦੇ ਲਈ ਕੋਈ ਠੋਸ ਹਜੇ ਤੱਕ ਕਦਮ ਨਹੀਂ ਚੁੱਕੇ ਗਏ। ਲੈ ਦੇ ਕੇ ਜੇ ਸਰਕਾਰਾਂ ਨੇ ਜ਼ੋਰ ਪਾਇਆ ਹੋਇਆ ਤਾਂ ਉਹ ਇਹੀ ਹੈ ਜੀ ਕਿ ਫੋਰਨ ਇਨਵੈਸਟਮੈਂਟ ਦੇ ਉੱਤੇ ਲਗਾਮ ਕੱਸੋ, ਉਹਨਾਂ ਲਈ ਕੰਡੀਸ਼ਨ ਨੂੰ ਹਾਰਡ ਕਰੋ। आई डोंट नो कितना को बड़ा हिस्सा है, सैगमेंट है ये सारे मामले। सैनी साहब वो बहुत छोटी परसेंटेज है जी वो फॉरन। हुण मैं तुहानूं एक छोटी जी गल दसदा वां भी मैं जे आपां गल करिए 17 साल हो गए आपां नूं इस काम दे विच तकरीबन मेरे ख्याल असीं 3500 तो उत्ते ट्रांजैक्शन कर चुके हैं जी, और असीं 3500 ट्रांजैक्शन दे विच अज तक फॉरन बायर दी शायद मेरे ख्याल एक दी ट्रांजैक्शन कीती होनी जी, शायद बहुत मुश्किल नाल तो तुसीं उत्थों हिसाब ला सकदे हो भी ये कोई बहुत वड्डी परसेंटेज नहीं है जी। जे असीं जी कई वारी ਇਹ ਹੁੰਦਾ ਕਿ ਸਰਕਾਰਾਂ ਨੂੰ ਹੁੰਦਾ ਕਿ ਬਈ ਜਿਹੜੇ ਸਾਡੇ ਲੀਡਰ ਹੈ ਜਿੰਨੇ ਉਹਨਾਂ ਨੂੰ ਫੀਡ ਦਿੱਤਾ ਕੀਤਾ ਜਾਂਦਾ ਹੈ ਥੱਲੋਂ ਹਾਂਜੀ, ਕਿਉਂਕਿ ਹੁਣ ਟਰੂਡੋ ਸਾਹਿਬ ਆਪ ਤੇ ਟ੍ਰਾਂਜੈਕਸ਼ਨ ਕਰਨ ਤੋਂ ਰਹੇ ਹਾਂਜੀ, ਉਹਨਾਂ ਦਾ ਸਾਰਾ ਮੁਲਕ ਸਾਰਾ ਕੁਝ ਦੇਖਣਾ ਨਾ ਉਹਨਾਂ ਨੇ ਹਾਂਜੀ। ਤਾਂ ਉਹਨਾਂ ਨੂੰ ਜੇ ਫੀਡਬੈਕ ਇਹ ਦਿੱਤੀ ਜਾ ਰਹੀ ਹੈ ਨਹੀਂ ਜੀ ਇਹ ਬੜਾ ਵੱਡਾ ਕਾਰਨ ਹੈ, ਤੇ ਉਹ ਸ਼ਾਇਦ ਇਹ ਸਮਝ ਕੇ ਬੈਠ ਜਾਂਦੇ ਹੈ ਕਿ ਸ਼ਾਇਦ ਇਹੀ ਇੱਕ ਕਾਰਨ ਹੈ, ਇਦਾਂ ਨਹੀਂ ਹੈ। ਹਾਂ, ਜਿਹੜਾ ਇਹ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਘਰ ਫਲਿੱਪ ਲੋਕ ਕਰਦੇ ਹੈ ਕਿ ਇਹ ਵੀ ਇੱਕ ਬੜਾ ਵੱਡਾ ਕਾਰਨ ਹੈ ਕਿ ਜਿਹੜੇ ਲੋਕ ਇਨਵੈਸਟਮੈਂਟ ਪਰਪਸ ਲਈ ਹੀ ਖਰੀਦੋ ਫਰੋਖਤ ਕਰਦੇ ਆ ਰੀਅਲ estate ਦੇ ਵਿੱਚ, ਕਿ ਉਹਨਾਂ ਨੂੰ ਰੋਕਿਆ ਜਾਏ। ਆਈ ਡੋਂਟ ਨੋ ਕਿੰਨਾ ਕੁ ਪੋਸੀਬਲ ਹੈ ਸਰਕਾਰ ਦੇ ਲਈ। ਕੋਈ ਬੰਦਾ ਘਰ ਖਰੀਦਦਾ ਵੇਚਦਾ ਉਹਦੀ ਆਪਣੀ ਵਿਲ ਹੈ ਕਦੋਂ ਵੇਚਣਾ ਕਦੋਂ ਨਹੀਂ ਵੇਚਣਾ। ਹੁਣ ਮੈਨੂੰ ਯਾਦ ਹੈ ਇੱਕ ਬੜਾ ਉੱਥੇ ਮਸ਼ਹੂਰ ਗੱਲ ਹੋਈ ਸੀ BC ਦੇ ਵਿੱਚ, ਆਪਣਾ ਇੱਕ ਕੈਂਡੀਡੇਟ ਸੀਗਾ ਸਾਊਥ ਏਸ਼ੀਅਨ ਭਾਈਚਾਰੇ ਦਾ, ਉਹਨੇ ਪਿਛਲੇ ਕੁਝ ਸਾਲਾਂ ਦੇ ਵਿੱਚ 18 ਘਰ ਵੇਚੇ ਤੇ ਖਰੀਦੇ। ਉਹਨੂੰ ਮੀਡੀਆ ਵਾਲੇ ਇਹੀ ਸਵਾਲ ਪੁੱਛ ਰਹੇ ਸੀ ਕਿ ਤੁਸੀਂ ਆਪ ਤੇ ਫਲਿੱਪ ਹੀ ਕਰੀ ਜਾਂਦੇ ਹੋ, ਘਰ 2-2 3-3 ਘਰ ਸਾਲ 'ਚ ਫਲਿੱਪ ਖੁਦ ਕਰਦੇ ਹੋ, ਤੇ ਨਾਲੇ ਤੁਸੀਂ ਕਹਿੰਦੇ ਹੋ ਅਫੋਰਡੇਬਲ ਹਾਊਸਿੰਗ। ਇਹ ਕਨਫਲਿਕਟ ਨਹੀਂ ਹੈ, ਇਹ ਮੋਰਲੀ ਗਲਤ ਨਹੀਂ ਹੈ। ਤੇ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਉਹ ਕਹਿਣ ਲੱਗਾ ਜੀ ਹਾਂ ਹੈ ਤੇ ਠੀਕ ਹੈ, ਲੇਕਿਨ ਦੇਖੋ ਜੀ ਮੇਰੀ ਤੇ ਇਹ ਜਿਹੜੀ ਮੇਰੇ ਕੋਲ ਐਜ਼ ਪਰ ਲਾਅ ਮੈਂ ਕੋਈ ਗਲਤ ਕੰਮ ਨਹੀਂ ਕਰਦਾ, ਔਰ ਹੈ ਵੀ ਨਹੀਂ ਵਾਕਈ ਗਲਤ ਗੱਲ। ਤਾਂ ਕਿਵੇਂ ਲਗਾਮ ਕੱਸੀ ਜਾਏਗੀ ਇਹਨਾਂ ਲੋਕਾਂ 'ਤੇ? ਇਹਦੇ ਬਾਰੇ ਸੈਣੀ ਸਾਹਿਬ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਘਰਾਂ ਬਾਰੇ, ਫਲਿੱਪਿੰਗ ਬਾਰੇ, ਗੌਰਮੈਂਟ ਇੱਕ ਚੀਜ਼ ਕਰ ਸਕਦੀ ਹੈ ਜੋ ਸਾਨੂੰ ਲੱਗਦਾ ਵਾ, ਜਾਂ ਜਿਵੇਂ ਕਹਿ ਲਓ ਕਿ ਕਈ ਵਾਰੀ ਨਿਊਜ਼ 'ਚ ਵੀ ਇਹ ਗੱਲ ਆਈ ਆ ਕਿ ਹੁਣ ਕੀ ਹੁੰਦਾ ਜਦੋਂ ਵੀ ਆਪਾਂ ਕੋਈ ਪ੍ਰੋਪਰਟੀ ਸੈੱਲ ਕਰਦੇ ਹਾਂ ਜੀ, ਉਹਦਾ 50% ਜਿਹੜਾ ਗੇਨ ਆ, ਜਿਹੜਾ ਉਹਦਾ ਪ੍ਰੋਫਿਟ ਹੁੰਦਾ ਉਹ ਟੈਕਸੇਬਲ ਹੁੰਦਾ, 50% ਟੈਕਸੇਬਲ ਨਹੀਂ ਹੁੰਦਾ। ਉਹ ਕੀ ਕਰ ਸਕਦੇ ਨੇ ਕਿ ਜੇ ਕੋਈ ਬੰਦਾ ਮਤਲਬ ਮਲਟੀਪਲ ਪ੍ਰੋਪਰਟੀਜ਼ ਨੂੰ ਫਲਿੱਪ ਕਰ ਰਿਹਾ ਤਾਂ ਉਹਦੀ ਸਾਰੀ ਇਨਕਮ ਨੂੰ ਐਜ ਏ ਬਿਜ਼ਨਸ ਇਨਕਮ ਕੰਸੀਡਰ ਕਰਕੇ ਉਹਦੇ ਤੇ ਟੈਕਸ ਲੈ ਸਕਦੇ ਨੇ ਵੱਧ ਤੋਂ ਵੱਧ। ਹੋਰ ਮੈਨੂੰ ਨਹੀਂ ਲੱਗ ਰਿਹਾ ਕਿ ਹੋਰ ਕੋਈ ਉਹਦੇ 'ਚ ਚੇਂਜ ਵੱਡੀ ਕੀਤੀ ਜਾ ਸਕਦੀ ਜੀ। ਔਰ ਇਹ ਚਲੋ ਸਰਕਾਰਾਂ ਹੁਣ ਜਦੋਂ ਇਸ ਟਰਮ ਦੇ ਵਿੱਚ ਟਰੂਡੋ ਸਾਹਿਬ ਕੀ ਕਰਦੇ ਆ, ਫਿਰ ਅਗਾਂਹ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਉਹ ਵੀ ਸਾਥ ਦਿੰਦੀਆਂ ਕਿ ਨਹੀਂ ਦਿੰਦੀਆਂ, ਇਹ ਤੁਸੀਂ ਦੱਸੋ ਸਾਹਿਬ ਜੀ।
ਕਿਉਂਕਿ ਮੈਜੋਰਟੀ ਸਰਕਾਰ ਨਹੀਂ ਹੈ ਜੀ। ਤੇ ਮੇਰੇ ਖਿਆਲ ਜੇ ਕੋਈ ਐਡਾ ਵੱਡਾ ਡਿਸੀਜਨ ਜਿੱਦਾਂ ਪ੍ਰਵੀਨ ਜੀ ਦੱਸ ਰਹੇ ਆ ਲੈਣ ਤੋਂ ਪਹਿਲਾਂ ਇਹਨਾਂ ਨੂੰ ਦੂਜੀਆਂ ਪਾਰਟੀਆਂ ਨੂੰ ਵੀ ਕਾਨਫਰੰਸ ਲੈਣਾ ਪਏਗਾ। ਬਿਲਕੁਲ ਲੈਣਾ ਪਏਗਾ, ਲੇਕਿਨ ਸੈਣੀ ਸਾਹਿਬ ਇੱਥੇ ਆਪਾਂ ਨੂੰ ਦੇਖਣ ਦੀ ਲੋੜ ਹੈ ਕਿ ਪ੍ਰੋਬਲਮ ਦਾ ਰੂਟ ਕਾਜ਼ ਕੀ ਹੈ ਜੀ, ਕਿ ਅਸਲ 'ਚ ਇਹ ਪ੍ਰੋਬਲਮ ਸ਼ੁਰੂ ਕਿੱਥੋਂ ਹੁੰਦੀ ਮੇਰੇ ਖਿਆਲ ਡਿਮਾਂਡ ਐਂਡ ਸਪਲਾਈ। ਬਿਲਕੁਲ, ਡਿਮਾਂਡ ਐਂਡ ਸਪਲਾਈ ਦਾ ਰੂਲ ਤਾਂ ਅਪਲਾਈ ਕਰਦਾ ਹੀ ਕਰਦਾ ਹੈ ਜੀ। ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਉਹ ਜੇ ਆਪਾਂ ਮੈਨਿਊਟਲੀ ਇਹਦਾ ਨਿਰੀਖਣ ਕਰੀਏ ਤੇ ਜਿਹੜੇ ਨਵੇਂ ਘਰ ਬਣ ਰਹੇ ਆ ਜੀ, ਇਹ ਪ੍ਰੋਬਲਮ ਸਾਰੀ ਉੱਥੋਂ ਸਟਾਰਟ ਹੁੰਦੀ ਹੈ। ਜਿਹੜੀ ਰੀਸੇਲ ਦੀ ਇਨਵੈਂਟਰੀ ਵੀ ਨਵੇਂ ਘਰਾਂ ਦੇ ਬਣਨ ਨਾਲ ਹੁੰਦੀ ਹੈ ਕ੍ਰੀਏਟ, ਕਿਉਂਕਿ ਜੇ ਨਵਾਂ ਘਰ ਕਿਸੇ ਨੇ ਬੁੱਕ ਕਰਾਇਆ ਤੇ ਉਹ ਆਪਣਾ ਪੁਰਾਣਾ ਘਰ ਵੇਚ ਕੇ ਉਹਦੇ ਵਿੱਚ ਜਾਏਗਾ। ਲੇਕਿਨ ਬਿਲਡਰ ਕੀ ਕਰ ਰਹੇ ਆ ਜੀ, ਉਹ ਇਸ ਟਾਈਮ ਪੂਰਾ ਫਾਇਦਾ ਉਠਾ ਰਹੇ ਆ ਇਸ ਗੱਲ ਦਾ ਕਿ ਜਿਹੜੀ ਡਿਮਾਂਡ ਆ ਬਹੁਤ ਜ਼ਿਆਦਾ ਔਰ ਸਪਲਾਈ ਘੱਟ ਹੈ, ਕਿਉਂਕਿ ਇੱਕ ਲਿਮਿਟੇਸ਼ਨ ਹੈ ਕਿ ਕਿੰਨੇ ਨਵੇਂ ਘਰ ਇੱਕ ਟਾਈਮ ਦੇ ਵਿੱਚ ਤੁਸੀਂ ਬਣਾ ਸਕਦੇ ਹੋ। ਉਹਦੇ ਚ ਮਟੀਰੀਅਲ ਦੀ ਜਿਹੜੀ ਆ ਅਵੇਲੇਬਿਲਟੀ ਆ ਜਾਂਦੀ ਹੈ, ਲੇਬਰ ਦੀ ਅਵੇਲੇਬਿਲਟੀ ਆ ਜਾਂਦੀ ਹੈ, ਜਿਹੜੇ ਪਰਮਿਟਸ ਨੇ ਉਹ ਕਿਹੜੇ ਟਾਈਮ ਤੇ ਇਸ਼ੂ ਹੁੰਦੇ ਨੇ, ਉਹ ਸਾਰਾ ਕੁਝ ਉਹਦੇ ਵਿੱਚ ਆ ਜਾਂਦਾ ਹੈ। ਮੇਰੇ ਹਿਸਾਬ ਨਾਲ ਹੋਣਾ ਇਹ ਚਾਹੀਦਾ ਕਿ ਜੇ ਇੱਕ ਬਿਲਡਰ ਨੂੰ ਸਰਟਨ ਨੰਬਰ ਆਫ ਯੂਨਿਟਸ ਅਪਰੂਵ ਹੋਈਆਂ ਸਿਟੀ ਵੱਲੋਂ, ਉਹ ਬਿਲਡਰ ਤੇ ਇਹ ਕੰਡੀਸ਼ਨ ਲੱਗੀ ਹੋਣੀ ਚਾਹੀਦੀ ਹੈ ਜੀ ਕਿ ਇਹ ਜਿੰਨੇ ਯੂਨਿਟ ਨੇ ਇਹਨਾਂ ਦੀ ਪ੍ਰਾਈਸ ਸੇਮ ਰਹੇਗੀ ਜਦੋਂ ਤੱਕ ਇਹ ਯੂਨਿਟ ਵਿਕ ਨਹੀਂ ਜਾਂਦੇ। ਠੀਕ ਹੈ ਜੀ, ਕਿਉਂਕਿ ਬਿਲਡਰ ਕੀ ਕਰਦਾ, ਉਹ 10 ਘਰ ਰਿਲੀਜ਼ ਕਰਦਾ, ਉਸ ਤੋਂ ਬਾਅਦ ਪ੍ਰਾਈਸ ਜਿਹੜੀ ਆ ਉਹ $1,00,000 ਵਧਾ ਦਿੰਦਾ ਆ। ਉਹ 10 ਯੂਨਿਟ ਹੋਰ ਰਿਲੀਜ਼ ਕਰਦਾ, ਉਸ ਤੋਂ ਬਾਅਦ $1,00,000 ਹੋਰ ਪ੍ਰਾਈਸ ਵਧਾ ਦਿੰਦਾ ਆ। ਅਸਲ ਪ੍ਰੋਬਲਮ ਛੋਟੇ ਫਲਿੱਪਰਸ ਦੀ ਜਾਂ ਜਿਹੜੇ ਰੈਨੋਵੇਟ ਕਰਕੇ ਘਰ ਨੂੰ ਵੇਚਦੇ ਆ ਉੱਥੇ ਨਹੀਂ ਗੀ, ਕਿਉਂਕਿ ਉਹ ਬਹੁਤ ਕੋਈ ਵੱਡੀ ਤਾਦਾਦ ਨਹੀਂ ਹੈਗੀ ਜੇ ਆਪਾਂ ਇਨ ਬਿਗਰ ਪਿਕਚਰ ਦੇਖੀਏ। ਅਸਲ ਪ੍ਰੋਬਲਮ ਮੇਰੇ ਹਿਸਾਬ ਨਾਲ ਜਿਹੜੀ ਬਿਲਡਰਸ ਦੀ ਕ੍ਰੀਏਟ ਕੀਤੀ ਹੋਈ ਮਾਰਕੀਟ ਦੇ ਵਿੱਚ ਇੱਕ ਤਰ੍ਹਾਂ ਨਾਲ ਮੋਨੋਪੋਲੀ ਆ, ਉਹਨੂੰ ਤੋੜਨ ਦੀ ਲੋੜ ਆ। ਔਰ ਜੇ ਸਰਕਾਰ ਇਹਦੇ ਬਾਰੇ 'ਚ ਕੋਈ ਲੈਜਿਸਲੇਸ਼ਨ ਲੈ ਕੇ ਆਵੇ, ਇਹਦੇ ਬਾਰੇ 'ਚ ਕੋਈ ਕਾਨੂੰਨ ਲੈ ਕੇ ਆਵੇ, ਮੇਰੇ ਹਿਸਾਬ ਨਾਲ ਕਾਫੀ ਹੱਦ ਤੱਕ ਇਸ ਪ੍ਰੋਬਲਮ ਨੂੰ ਹੈਂਡਲ ਕੀਤਾ ਜਾ ਸਕਦਾ। ਠੀਕ ਹੈ ਜੀ, ਬੜਾ ਇਹਨਾਂ ਦਾ ਅੱਛਾ ਸੁਝਾਅ ਹੈ। ਦੋ ਗੱਲਾਂ ਹੋ ਸਕਦੀਆਂ, ਇੱਕ ਤੇ ਸਰਕਾਰ ਇਹਨਾਂ ਤੇ ਥੋੜਾ ਜਿਹਾ ਸ਼ਿਕੰਜਾ ਕੱਸੇ ਔਰ ਕੈਪ ਲਗਾਏ ਉਹਨਾਂ ਦੇ ਪ੍ਰੋਫਿਟ ਤੇ, ਉਹਨਾਂ ਦੀ ਜਿਹੜੀ ਮੈਕਸਿਮਮ ਪ੍ਰਾਈਸ ਦੇ ਉੱਤੇ ਕਿ ਇਸ ਤੋਂ ਉੱਤੇ ਤੁਸੀਂ ਨਹੀਂ ਜਾਣਾ। ਜੇ ਤੁਹਾਨੂੰ ਇੰਨਾ ਕੁ ਪ੍ਰੋਫਿਟ ਬਣ ਰਿਹਾ ਹੈ ਤੇ ਫਿਰ ਤੁਸੀਂ ਇਹਦਾ ਫਿਰ ਕੋਈ ਲਾਲਚ ਦਾ ਤੇ ਕੋਈ ਅੰਤ ਨਹੀਂ ਹੈ। ਜੇ ਡਿਮਾਂਡ ਦੇਖ ਰਹੇ ਹੋ ਤੇ ਜਿੰਨਾ ਮਰਜ਼ੀ ਵਧਾਈ ਜਾਓ। ਇਹ ਆਪਣੇ ਆਪ 'ਚ ਇੱਕ ਥੋੜਾ ਜਿਹਾ ਵਾਕਈ ਹੀ ਗੱਲ ਵਿਚਾਰ ਕਰਨ ਵਾਲੀ ਹੈ। ਔਰ ਦੂਜਾ ਹੈ ਕਿ ਮੈਕਸਿਮਮ ਘਰ ਬਣਾਏ ਜਾਣ। ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ $2 ਬਿਲੀਅਨ ਇਨਵੈਸਟ ਕਰਾਂਗੇ, ਟਰੂਡੋ ਸਾਹਿਬ ਨੇ ਕਿਹਾ ਸੀ, ਇਸ ਇੰਡਸਟਰੀ ਦੇ ਵਿੱਚ, ਤਾਂ ਕਿ ਜਲਦੀ ਤੋਂ ਜਲਦੀ ਮੈਕਸਿਮਮ ਘਰ ਬਣ ਸਕਣ। ਤਾਂ ਜੇ ਅਵੇਲੇਬਿਲਟੀ ਜ਼ਿਆਦਾ ਹੋਏਗੀ ਘਰਾਂ ਦੀ, ਨਵੇਂ ਘਰਾਂ ਦੀ ਖਾਸ ਤੌਰ ਦੇ ਉੱਤੇ, ਤੇ ਡਿਮਾਂਡ ਘਟੇਗੀ। ਫਿਰ तो ਜੇ ਡਿਮਾਂਡ ਘਟੇਗੀ ਕਿਉਂਕਿ ਫਿਰ ਸ਼ਾਰਟੇਜ ਨਹੀਂ ਰਹੇਗੀ ਘਰਾਂ ਦੀ। तो ਇਹ ਆਪਣੇ ਆਪ 'ਚ ਇੱਕ ਬੜਾ ਇਸ ਤਰ੍ਹਾਂ ਦਾ ਇੱਕ ਸਾਈਕਲ ਹੈ ਜਿਹਨੂੰ ਤੋੜਨਾ ਬੜਾ ਜ਼ਰੂਰੀ ਹੈ। ਵਰਨਾ ਜਿਸ ਤਰੀਕੇ ਦੇ ਨਾਲ ਲਗਾਤਾਰ ਇਮੀਗ੍ਰੈਂਟ ਆ ਰਹੇ ਹੈ, ਹੁਣ ਕੋਵਿਡ ਖਤਮ ਹੋ ਜਾਏਗਾ, ਇਮੀਗ੍ਰੈਂਟ ਬਹੁਤ ਤੇਜ਼ੀ ਨਾਲ ਆਉਣੇ ਸ਼ੁਰੂ ਹੋ ਜਾਣਗੇ, ਡਾਇਰੈਕਟ ਫਲਾਈਟਾਂ ਫਿਰ ਸ਼ੁਰੂ ਹੋਣ ਜਾ ਰਹੀਆਂ। तो ਉਹ ਜਿਹੜੇ ਹਜ਼ਾਰਾਂ ਲੱਖਾਂ ਲੋਕ ਕੈਨੇਡਾ ਆਉਣ ਦਾ ਸੁਪਨਾ ਲਈ ਬੈਠੇ ਹੈ ਔਰ ਜਿਨ੍ਹਾਂ ਨੇ ਆਉਣਾ ਹੈ, ਔਰ ਸਾਡੀ ਸਰਕਾਰ ਵੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ 1 ਮਿਲੀਅਨ ਲੋਕਾਂ ਨੂੰ ਅਗਲੇ 3 ਸਾਲ 'ਚ ਇੱਥੇ ਲੈ ਕੇ ਆਉਣਾ ਹੀ ਆਉਣਾ ਹੈ। ਤੇ ਉਹਨਾਂ ਲਈ ਫਿਰ ਘਰ ਕਿੱਥੇ ਨੇ? ਉਹ ਆ ਕੇ ਰਹਿਣਗੇ ਕਿੱਥੇ? ਕੈਨੇਡਾ ਦਾ ਤਾਂ ਮੌਸਮ ਐਸਾ ਹੈ ਕਿ ਤੁਸੀਂ 5 ਮਿੰਟ ਲਈ ਠੰਡ 'ਚ ਕਿਤੇ ਨਹੀਂ ਰਹਿ ਸਕਦੇ। ਤਾਂ ਘਰਾਂ ਦੀ ਛੱਤ ਦੀ ਸਿਰ ਦੇ ਉੱਤੇ ਹਰ ਬੰਦੇ ਨੂੰ ਇੱਥੇ ਲੋੜ ਹੈ। ਤਾਂ ਉਹਦੇ ਲਈ ਇਹ ਵਾਕਈ ਹੀ ਇੱਕ ਬੜਾ ਵੱਡਾ ਵਿਸ਼ਾ ਹੈ। ਇਸੇ ਕਰਕੇ ਸ਼ਾਇਦ ਇਸ ਵਾਰ ਇਲੈਕਸ਼ਨ ਦੇ ਵਿੱਚ ਵੀ ਇਹ ਵਿਸ਼ਾ ਬਹੁਤ ਜ਼ਿਆਦਾ ਛਾਇਆ ਰਿਹਾ, ਚਰਚਾ ਦੇ ਵਿੱਚ ਰਿਹਾ। ਤੇ ਲਓ ਬ੍ਰੇਕ ਲਵਾਂਗੇ ਔਰ ਅਗਲੇ ਹਿੱਸੇ 'ਚ ਗੱਲਬਾਤ ਕਰਾਂਗੇ ਅਸੀਂ ਕਮਰਸ਼ੀਅਲ ਰੀਅਲ estate ਦੀ। ਤਾਂ ਲਓ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਕਰਦੇ ਸਵਾਗਤ। ਪ੍ਰਵਾਸੀ ਪ੍ਰਾਪਰਟੀ ਦਾ ਸਾਡਾ ਇਹ ਸਪੈਸ਼ਲ ਸ਼ੋਅ ਤੁਹਾਡੇ ਲਈ ਅਸੀਂ ਪੇਸ਼ ਕਰ ਰਹੇ ਹਾਂ ਪ੍ਰਵੀਨ ਅਰੋੜਾ ਔਰ ਸ਼ਮਸ਼ੇਰ ਢਿੱਲੋਂ ਹੋਰਾਂ ਦੇ ਨਾਲ। ਪਹਿਲੇ ਹਿੱਸੇ 'ਚ ਅਸੀਂ ਗੱਲ ਕੀਤੀ, ਛੂਹਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਬੜੀ ਕੰਪਲੈਕਸ ਪ੍ਰੋਬਲਮ ਹੈ। ਘਰਾਂ ਦੀਆਂ ਵਧੀਆਂ ਪ੍ਰਾਈਸਿਸ ਨੂੰ ਅੰਡਰਸਟੈਂਡ ਕਰਨਾ ਇਹਨਾਂ ਸੌਖਾ ਨਹੀਂ, ਪਰ ਅਸੀਂ ਉਤੋਂ ਥੋੜ੍ਹਾ ਜਿਹਾ ਛੂਹਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ। ਕਿਸੇ ਦਿਨ ਕਿਸੇ ਐਕਸਪਰਟ ਨੂੰ ਬੁਲਾਵਾਂਗੇ ਔਰ ਸਰਕਾਰੀ ਕਿਸੇ ਲੀਡਰ ਨੂੰ, ਕਿਸੇ ਸਰਕਾਰੀ ਅਹੁਦੇਦਾਰ ਨੂੰ ਬੁਲਾ ਕੇ ਉਹਨਾਂ ਨਾਲ ਵੀ ਇਸ ਵਿਸ਼ੇ 'ਤੇ ਗੱਲ ਕਰਿਆ ਕਰਾਂਗੇ ਕਿ ਅੰਡਰਸਟੈਂਡ ਕਰੀਏ ਕਿ ਕੈਨੇਡਾ ਦੇ ਵਿੱਚ
ਖਾਸ ਤੌਰ ਦੇ ਉੱਤੇ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਇਹ ਜਿਹੜੀ ਘਰਾਂ ਦੀ ਪ੍ਰਾਈਸ ਕਿਉਂ ਵੱਧਦੀ ਜਾ ਰਹੀ ਹੈ। ਤੋ ਰੀਅਲ ਸਟੇਟ ਦੀ ਜਦੋਂ ਗੱਲ ਚੱਲਦੀ ਹੈ ਤੇ ਕਮਰਸ਼ੀਅਲ ਰੀਅਲ ਸਟੇਟ ਦੇ ਬਿਨਾ ਅਧੂਰੀ ਹੈ ਰੀਅਲ ਸਟੇਟ, ਕਿਉਂਕਿ ਇਹਦਾ ਬੜਾ ਵੱਡਾ ਸੈਗਮੈਂਟ ਜਿਹੜਾ ਰੀਅਲ ਸਟੇਟ ਦਾ ਉਹ ਕਮਰਸ਼ੀਅਲ ਰੀਅਲ ਸਟੇਟ ਵੀ ਹੈ। ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਤੇ ਥੋੜਾ ਜਿਹਾ ਛੂਹਣ ਦੀ ਕੋਸ਼ਿਸ਼ ਕੀਤੀ ਸੀ, ਅੱਜ ਆਪਾਂ ਜਾਰੀ ਰੱਖਦੇ ਹਾਂ। ਤਾਂ ਤੁਸੀਂ ਥੋੜਾ ਜਿਹਾ ਕਿ ਕਿਸੇ ਇੱਕ ਸਬਜੈਕਟ ਥੋੜੀ ਗੱਲ ਕਰੀਏ ਅੱਜ ਜੇ ਕਰਨਾ ਚਾਹੋ ਤੇ। ਕਮਰਸ਼ੀਅਲ ਦੇ ਵਿੱਚ ਆਪਾਂ ਸੈਣੀ ਸਾਹਿਬ ਜੇ ਆਪਾਂ ਗੱਲ ਕਰੀਏ, ਆਪਾਂ ਜੇ ਬਿਜ਼ਨਸ ਦੀ ਸੇਲ ਤੇ ਗੱਲ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਤਾਂ, ਕਿਉਂਕਿ ਬਹੁਤ ਜਿਹੜੇ ਲੋਕ ਨੇ ਉਹ ਬਿਜ਼ਨਸ ਬਾਏ ਕਰਦੇ ਆ, ਬਿਜ਼ਨਸ ਸੈਲ ਕਰਦੇ ਆ, ਜਿਹੜੇ ਚੱਲਦੇ ਹੋਏ ਬਿਜ਼ਨਸ ਨੇ। ਜਦੋਂ ਵੀ ਆਪਾਂ ਬਿਜ਼ਨਸ ਸੈਲ ਕਰਨਾ ਜਾਂ ਆਪਾਂ ਬਾਏ ਕਰਨਾ ਜੀ ਸੈਣੀ ਸਾਹਿਬ, ਉਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਖਿਆਲ ਰੱਖਣੀਆਂ ਚਾਹੀਦੀਆਂ ਨੇ, ਕਿਉਂਕਿ ਨਹੀਂ ਨਾ ਤਾਂ ਤੁਸੀਂ ਬਿਜ਼ਨਸ ਸੌਖਾ ਸੈਲ ਕਰ ਪਾਉਂਦੇ ਹੋ ਤੇ ਨਾ ਹੀ ਤੁਸੀਂ ਬਿਜ਼ਨਸ ਸੌਖਾ ਬਾਏ ਕਰ ਪਾਉਂਦੇ ਹੋ। ਜੀ ਜੀ, ਇੱਕ ਕਾਮਨ ਗੱਲ ਆ ਕਿ ਆਮ ਮਾਰਕੀਟ ਦੇ ਵਿੱਚ ਦੇਖਿਆ ਕਿ ਜਦੋਂ ਤੁਸੀਂ ਵੀ ਦੇਖਦੇ ਹੋ ਕਿ ਅਸੀਂ ਬਿਜ਼ਨਸ ਸੈਲ ਕਰਨਾ ਜੀ, ਤੁਹਾਨੂੰ ਸਾਰੇ ਬੰਦੇ ਇਹੀ ਇੱਕ ਫੀਡਬੈਕ ਦਿੰਦੇ ਨੇ ਕਿ ਇਹ ਬਿਜ਼ਨਸ ਸੈਲ ਕਰਨਾ ਬਹੁਤ ਔਖਾ ਹੋਣਾ ਜੀ। ਤੁਹਾਡੇ ਦਿਮਾਗ 'ਚ ਵੀ ਇਹ ਚੀਜ਼ ਹੁੰਦੀ ਹੈ ਕਿ ਬਿਜ਼ਨਸ ਨੂੰ ਸੈਲ ਕਰਨਾ ਬਹੁਤ ਔਖਾ ਵਾ, ਔਰ ਇਹ ਕਿਤੇ ਨਾ ਕਿਤੇ ਗੱਲ ਸਹੀ ਵੀ ਆ ਕਿ ਬਿਜ਼ਨਸ ਨੂੰ ਸੈਲ ਕਰਨਾ ਔਖਾ। ਆਪਾਂ ਥੋੜਾ ਜਿਹਾ ਡਿਸਕਸ ਕਰਦੇ ਹਾਂ ਕਿ ਬਿਜ਼ਨਸ ਨੂੰ ਸੈਲ ਕਰਨਾ ਕਿਉਂ ਔਖਾ, ਔਰ ਜੇ ਆਪਾਂ ਉਹਨੂੰ ਸੈਲ ਕਰਨਾ ਚਾਹੁੰਦੇ ਤਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਜਦੋਂ ਆਪਾਂ ਬਿਜ਼ਨਸ ਨੂੰ ਸੈਲ ਕਰਨਾ ਹੈ। ਉਹਦੇ 'ਚ ਸੈਣੀ ਸਾਹਿਬ ਜਿਹੜੀ ਸਭ ਤੋਂ ਪਹਿਲੀ ਚੀਜ਼ ਹੈ ਜਦੋਂ ਆਪਾਂ ਬਿਜ਼ਨਸ ਨੂੰ ਸੈਲ ਕਰਨਾ, ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਆ ਬਿਜ਼ਨਸ ਨੂੰ ਸੈਲ ਕਰਨ ਦੇ ਵਿੱਚ ਜਿਹੜੀ ਉਹ ਸ਼ੁਰੂਆਤ ਹੁੰਦੀ ਹੈ ਸੈਣੀ ਸਾਹਿਬ, ਉਹ ਇਹ ਆ ਕਿ ਬਹੁਤੇ ਜਿਹੜੇ ਬਿਜ਼ਨਸ ਨੇ ਉਹ ਬਿਜ਼ਨਸ ਦਾ ਪ੍ਰੋਪਰ ਅਕਾਊਂਟਿੰਗ ਤੇ ਉਹਦਾ ਪ੍ਰੋਪਰ ਟਰੈਕ ਨਹੀਂ ਰੱਖਦੇਗੇ ਕਿ ਇਹ ਬਿਜ਼ਨਸ ਦੀ ਕਿੰਨੀ ਸੇਲ ਆ ਪਰ ਮੰਥ, ਉਹਨਾਂ ਦਾ ਕੋਈ ਪ੍ਰੋਪਰ ਰਿਕਾਰਡ ਨਹੀਂ ਹੁੰਦਾਗਾ। ਇਸ ਬਿਜ਼ਨਸ ਦੇ ਵਿੱਚ ਕਿੰਨੀ ਇਨਵੈਂਟਰੀ ਐਵਰੀ ਮੰਥ ਆ ਰਹੀ ਆ, ਕਿੰਨੀ ਇਨਵੈਂਟਰੀ ਐਵਰੀ ਮੰਥ ਜਾ ਰਹੀ ਆ, ਕਿੰਨੀ ਇਹਦੇ ਤੇ ਸੇਲ ਹੋ ਰਹੀ ਆ, ਕਿੰਨੇ ਇਹਦੇ ਐਕਸਪੈਂਸ ਨੇ, ਕੀ ਇਹਦਾ ਨੈਟ ਪ੍ਰੋਫਿਟ ਆ। ਉਹ ਆਪਾਂ ਕਦੇ ਵੀ ਕਿਸੇ ਬਿਜ਼ਨਸ ਵਾਲੇ ਨੂੰ ਮਿਲਦੇ ਆ, ਜੇ ਉਹਨਾਂ ਨਾਲ ਆਪਾਂ ਗੱਲ ਕਰਦੇ ਆ, ਉਹ ਆਪਾਂ ਨੂੰ ਅਕਸਰ ਇਹੀ ਗੱਲ ਕਹਿ ਦੇਣਗੇ ਅਸੀਂ ਜੀ ਮਹੀਨੇ ਦਾ 25-30 ਹਜ਼ਾਰ ਡਾਲਰ ਕਮਾ ਲੈਂਦੇ ਆ। ਉਹਦੇ ਵਿੱਚ ਮੇਰੇ ਖਿਆਲ ਨਾਲ ਕੁਝ ਕਈ ਬਿਜ਼ਨਸ ਦਾ ਉਹਨਾਂ 'ਚ ਕੈਸ਼ ਪਾਰਟ ਵੀ ਹੁੰਦਾ ਜਿਹੜਾ ਉਹ ਦਿਖਾ ਨਹੀਂ ਪਾਉਂਦੇ। ਬਿਲਕੁਲ, ਉਹ ਕੈਸ਼ ਪਾਰਟ ਵੀ ਹੈਗਾ ਵਾ, ਪਰ ਸੈਣੀ ਸਾਹਿਬ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਜਦੋਂ ਬਿਜ਼ਨਸ ਸੈੱਲ ਹੁੰਦਾ ਜਾਂ ਕੋਈ ਵੀ ਬਾਇਰ ਬਾਏ ਕਰਦਾ ਬਿਜ਼ਨਸ, ਉਹ ਕੈਸ਼ ਪਾਰਟ ਨੂੰ ਜ਼ਰੂਰ ਐਕਸੈਪਟ ਕਰਦੇ ਆ, ਬਟ ਉਹ ਕੈਸ਼ ਪਾਰਟ ਨੂੰ ਜਿੰਨਾ ਤੁਸੀਂ ਕਹਿ ਦਿੰਦੇ ਹੋ ਉਹਨਾਂ ਨਹੀਂ ਐਕਸੈਪਟ ਕਰਦੇਗੇ। ਉਹਦੇ 'ਚ ਤੁਹਾਨੂੰ ਕਿਤੇ ਨਾ ਕਿਤੇ ਉਹਦਾ ਕੋਈ ਨਾ ਕੋਈ ਟਰੈਕ ਰੱਖਣਾ ਪੈਂਦਾ। ਹੁਣ ਜੇ ਆਪਾਂ ਮੰਨ ਲਓ ਇਹ ਗੱਲ ਕਹਿੰਦੇ ਹਾਂ ਸੈਣੀ ਸਾਹਿਬ ਕਿ ਅਸੀਂ ਜੀ ਇੰਨੀ ਕੈਸ਼ ਦੀ ਸੇਲ ਕਰਦੇ ਹਾਂ, ਹੁਣ ਕੈਸ਼ ਦੀ ਜਿਹੜੀ ਤੁਸੀਂ ਸੇਲ ਕਰਦੇ ਹੋ ਤੁਸੀਂ ਕੈਸ਼ ਵੈਸੇ ਤਾਂ ਦਿਖਾ ਨਹੀਂ ਸਕਦੇਗੇ, ਪਰ ਜੇ ਤੁਸੀਂ ਆਪਣੀ ਇਨਵੈਂਟਰੀ ਟਰੈਕ ਕਰਦੇ ਹੋ ਤੁਸੀਂ ਇਹ ਦਿਖਾ ਸਕਦੇ ਹੋ ਕਿ ਇਸ ਮਹੀਨੇ ਸਾਡੇ ਕੋਲ ਇੰਨੀ ਇਨਵੈਂਟਰੀ ਆਈ ਤੇ ਇੰਨੀ ਡਿਸਪੋਜ਼ ਆਫ ਹੋਈ, ਤਾਂ ਉਹਦੇ ਤੋਂ ਕੁਛ ਨਾ ਕੁਛ ਆਈਡੀਆ ਲੱਗ ਜਾਂਦਾ ਕਿ ਤੁਹਾਡੀ ਐਕਚੁਅਲ 'ਚ ਇੰਨੀ ਸੇਲ ਹੈ ਕਿ ਨਹੀਂ ਹੈ। ਠੀਕ ਹੈ ਜੀ। ਔਰ ਸ਼ਮਸ਼ੇਰ ਜੀ ਤੁਸੀਂ ਇਹ ਦੱਸੋ ਵੀ ਜਦੋਂ ਕੋਈ ਬੰਦਾ ਯੂਨਿਟ ਲੈਂਦਾ, ਮੈਂ ਬੜੇ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਜਾਣਦਾ ਜਿਹੜੇ ਸੁਣੇ ਸੁਣਾਏ ਜੀ ਰੇਡੀਓ ਤੇ ਸੁਣ ਲਿਆ, ਬਿਲਕੁਲ ਐਡ ਚੱਲ ਰਹੀ ਹੈ ਜੀ, ਬੱਲੇ ਬੱਲੇ ਜੀ ਇਹੋ ਜਿਹਾ ਪਲਾਜ਼ਾ ਨਹੀਂ ਕੋਈ ਆਉਣਾ, ਇਹੋ ਜਿਹਾ ਪਲਾਜ਼ਾ ਕੋਈ ਹੈ ਨਹੀਂ। ਬਹੁਤੇ ਲੋਕਾਂ ਨੂੰ ਕੀ ਸਕੁਅਰ ਫੁਟੇਜ ਹੈ ਉਹ ਜਾਣਕਾਰੀ ਕਈ ਵਾਰ ਨਹੀਂ ਹੁੰਦੀ, ਉਹ ਪਲਾਜ਼ਾ ਸੈੱਲ ਹੋ ਜਾਂਦਾ ਹੈ। ਮੈਂ ਬੜੇ ਪਲਾਜ਼ੇ ਦੇਖੇ ਜਿਹੜੇ ਬਾਅਦ ਚ ਚੱਲੇ ਨਹੀਂ ਜੀ, ਔਰ ਮੈਂ ਲੋਕਾਂ ਨੂੰ ਬੈਂਕਰਪਟ ਹੋ ਕੇ ਉੱਥੋਂ ਨਿਕਲਦਿਆਂ ਦੇਖਿਆ ਹੈ। ਬਿਲਕੁਲ। ਔਰ ਸੁਣੇ ਸੁਣਾਏ ਬਹੁਤ ਵਾਰੀ ਲੋਕ ਜਿਹੜੇ ਆ ਉਹ ਕੋਈ ਨਾ ਕਿਤੇ ਯੂਨਿਟ ਲੈ ਬੈਠਦੇ ਆ, ਔਰ ਜਦ ਤੱਕ ਉਹਦੇ 'ਚ ਰਸਦ ਪਾਉਣ ਦੀ ਵਾਰੀ ਆਉਂਦੀ ਹੈ, ਉਹਨੂੰ ਅੰਦਰੋਂ ਰੈਨੋਵੇਟ ਕਰਾਉਣ ਦੀ ਗੱਲ ਆਉਂਦੀ ਹੈ, ਲੀਜ਼ ਹੋਲ ਇੰਪਰੂਵਮੈਂਟ ਦੀ, ਜਦ ਤੱਕ ਵਿਚਾਰਿਆਂ ਕੋਲ ਪੈਸੇ ਮੁੱਕ ਗਏ ਹੁੰਦੇ ਆ। ਕਿਉਂਕਿ ਛੋਟਾ ਬੰਦਾ ਬਿਜ਼ਨਸ ਸ਼ੁਰੂ ਕਰਨਾ, 100 ਤਰ੍ਹਾਂ ਦੀਆਂ ਲੋੜਾਂ ਹੈ, ਉਹਨਾਂ ਲੋਕਾਂ ਲਈ ਕੋਈ ਸੁਨੇਹਾ ਤੁਸੀਂ ਦੇਣਾ ਚਾਹੋ? ਬਿਲਕੁਲ ਜੀ, ਜਿਵੇਂ ਪਿਛਲੀ ਵਾਰ ਵੀ ਆਪਾਂ ਥੋੜਾ ਜਿਹਾ ਟੱਚ ਕੀਤਾ ਸੀਗਾ ਇਸ ਮਸਲੇ ਨੂੰ। ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ, ਇੱਕ ਪ੍ਰੋਪਰ ਪਲਾਨ। ਇੱਕ ਇੰਗਲਿਸ਼ ਦੀ ਕਹਾਵਤ ਹੈ ਕਿ ਪੀਪਲ ਡੋਂਟ ਪਲਾਨ ਟੂ ਫੇਲ, ਦੇ ਫੇਲ ਟੂ ਪਲਾਨ। ਜੀ, ਮਤਲਬ ਇਹ ਹੈ ਕਿ ਜੇ ਤੁਸੀਂ ਸੁਣੀ ਸੁਣਾਈ ਇਨਫੋਰਮੇਸ਼ਨ ਤੋਂ, ਜੇ ਸਾਡੇ 'ਚ ਇਹ ਹੈ ਕਿ ਮੈਂ ਮਾਫ ਕਰਨਾ ਵਰਡ ਯੂਜ਼ ਕਰ ਰਹੇ ਕਿ ਭੇਡ ਚਾਲ ਬਹੁਤ ਹੈ। ਅਸੀਂ ਐਕਸਪਰਟਸ ਦੀ ਐਡਵਾਈਸ ਤੇ ਘੱਟ, ਆਪਣੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਗੁਆਂਢੀਆਂ ਦੀ ਐਡਵਾਈਸ ਤੇ ਜ਼ਿਆਦਾ ਚੱਲਦੇ ਆ। ਪਿਛਲੀ ਵਾਰੀ ਵੀ ਮੈਂ ਇਹ ਕਿਹਾ ਸੀਗਾ ਕਿ ਤੁਸੀਂ ਸਭ ਤੋਂ ਪਹਿਲਾ ਸਟੈਪ ਇਹ ਹੈ ਕਿ ਇੱਕ ਆਪਣਾ ਪ੍ਰੋਪਰ ਪਲਾਨ ਬਣਾਓ। ਉਸ ਤੋਂ ਬਾਅਦ ਇਹ ਦੇਖੋ ਕਿ ਉਸ ਪਲਾਨ ਦੇ ਵਿੱਚ ਕਿਹੜਾ ਐਕਸਪਰਟ ਤੁਹਾਡੀ ਹੈਲਪ ਕਰ ਸਕਦਾ ਆ। ਜੇ ਕਿਸੇ ਅਕਾਊਂਟੈਂਟ ਦੀ ਲੋੜ ਆ, ਇੱਕ ਚੰਗਾ ਅਕਾਊਂਟੈਂਟ ਹਾਇਰ ਕਰੋ। ਲਾਇਰ ਦੀ ਲੋੜ ਆ, ਇੱਕ ਚੰਗਾ ਲਾਇਰ ਤੁਸੀਂ ਹਾਇਰ ਕਰੋ। ਰੀਅਲ ਸਟੇਟ ਏਜੰਟ ਦੀ ਲੋੜ ਆ, ਇੱਕ ਚੰਗਾ ਰੀਅਲ ਸਟੇਟ ਏਜੰਟ ਤੁਸੀਂ ਹਾਇਰ ਕਰੋ। ਸਾਰਾ ਕੰਮ ਤੁਸੀਂ ਆਪ ਨਹੀਂ ਕਰ ਸਕਦੇ, ਇਸ ਗੱਲ ਨੂੰ ਐਕਸੈਪਟ ਕਰਨਾ ਵੀ ਬਹੁਤ ਜ਼ਰੂਰੀ ਆ। ਇਹ ਇੱਕ ਪਹਿਲਾ ਸਟੈਪ ਹੈ ਜੀ।
ਉਸ ਤੋਂ ਬਾਅਦ ਆਪਣਾ ਪ੍ਰੋਪਰ ਤੁਸੀਂ ਹੋਮਵਰਕ ਕਰੋ ਕਿ ਮੈਨੂੰ ਕਿਸ ਏਰੀਏ ਦੇ ਵਿੱਚ ਇਹ ਜਿਹੜਾ ਪਾਰਟਿਕੂਲਰ ਬਿਜ਼ਨਸ ਹੈ ਮੈਂ ਇਹ ਜਿਹੜਾ ਖੋਲ੍ਹਣਾ ਚਾਹੁੰਦਾ ਆ, ਥੋੜੀ ਜੀ ਮਾਰਕੀਟ ਰਿਸਰਚ ਕੀਤੀ ਜਾਵੇ। ਅੱਜ ਕੱਲ ਗੂਗਲ ਤੇ ਸਭ ਕੁਝ ਅਵੇਲੇਬਲ ਹੈ, ਥੋੜੀ ਜੀ ਮਿਹਨਤ ਉਹਦੇ ਤੇ ਕਰ ਲਈ ਜਾਵੇ, ਜਾਂ ਤੁਸੀਂ ਆਪਣੇ ਰੀਅਲ ਸਟੇਟ ਏਜੰਟ ਨੂੰ ਇਹ ਸਾਰੀ ਜ਼ਿੰਮੇਵਾਰੀ ਸੌਂਪੋ। ਉਹ ਤੁਹਾਨੂੰ ਪ੍ਰੋਪਰ ਇੱਕ ਪਲਾਨ, ਇੱਕ ਉਹਦਾ ਬਿਲਕੁਲ ਜਿਹਨੂੰ ਕਹਿੰਦੇ ਆ ਬਲੂਪ੍ਰਿੰਟ ਬਣਾ ਕੇ ਦੇਗਾ ਕਿ ਤੁਹਾਡਾ ਬਿਜ਼ਨਸ ਇਸ ਜਗ੍ਹਾ ਤੇ ਹੋਣਾ ਚਾਹੀਦਾ ਹੈ। ਕਿਉਂਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਐਕਸਪੀਰੀਅੰਸ ਦੇ ਨਾਲ ਹੀ ਆਉਂਦੀਆਂ ਹੈਗੀਆਂ ਨੇ। ਜੇ ਮੈਂ ਕਹਾਂ ਕਿ ਅੱਜ ਮੈਂ ਲਾਇਸੈਂਸ ਲਿਆ ਔਰ ਮੈਂ ਸਾਰੀ ਜਾਣਕਾਰੀ ਜਿਹੜੀ ਆ ਉਹ ਪ੍ਰੋਵਾਈਡ ਕਰ ਸਕਦਾ, ਉਹ ਵੀ ਗਲਤ ਹੋਏਗਾ। ਠੀਕ ਹੈ, ਐਕਸਪੀਰੀਅੰਸ ਦੇ ਨਾਲ ਇਹ ਸਾਰਾ ਕੁਝ ਜਿਹੜਾ ਤੁਹਾਨੂੰ ਬਿਲਕੁਲ ਮਿਲ ਸਕਦਾ ਆ, ਔਰ ਇਸ ਗੱਲ ਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਸਾਨੂੰ ਜਿਵੇਂ ਪ੍ਰਵੀਨ ਜੀ ਨੇ ਕਿਹਾ ਕਿ ਪਿਛਲੇ 17 18 20 ਸਾਲ ਹੋ ਚੱਲੇ ਆਲਮੋਸਟ ਇਸ ਬਿਜ਼ਨਸ ਦੇ ਵਿੱਚ। ਅਸੀਂ ਕਾਫੀ ਕੁਝ ਮਾਰਕੀਟ ਦੇ ਵਿੱਚ ਦੇਖਿਆ, ਕਈ ਉਤਰਾਅ ਦੇਖੇ, ਕਈ ਚੜ੍ਹਾਅ ਦੇਖੇ ਆ। ਜੇ ਸਾਡੇ ਨਾਲ ਤੁਸੀਂ ਸੰਪਰਕ ਕਰਨਾ ਹੈ, ਸਕਰੀਨ ਤੇ ਸਾਡੀ ਜਾਣਕਾਰੀ ਹੈਗੀ ਹੈ, ਸਾਨੂੰ ਕਾਲ ਕਰੋ। ਸਾਡੇ ਨਾਲ ਕੀਤੀ ਹੋਈ ਇੱਕ ਮੁਲਾਕਾਤ ਤੁਹਾਡੇ ਹਜ਼ਾਰਾਂ ਨਹੀਂ ਲੱਖਾਂ ਡਾਲਰ ਬਚਾ ਸਕਦੀ ਹੈ। ਠੀਕ ਹੈ ਜੀ। ਔਰ ਅਸੀਂ ਬੜੇ ਲੋਕਾਂ ਨੂੰ ਜਾਣਦੇ ਆ, ਉਹਨਾਂ ਨੇ ਰੈਸਟੋਰੈਂਟ ਖੋਲ੍ਹ ਲਿਆ, ਰੈਸਟੋਰੈਂਟ ਬਾਰੇ ਕੋਈ ਜਾਣਕਾਰੀ ਨਹੀਂ ਸੀ, ਕੱਪੜਿਆਂ ਦੇ ਸਟੋਰ ਖੋਲ੍ਹ ਲਏ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਔਰ ਬਹੁਤ ਵਾਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਮਹਿੰਗੇ ਭਾਅ ਕੋਈ ਪ੍ਰਾਪਰਟੀ ਲੈ ਲਈ, ਕਲੋਜ਼ ਕਰਾਇਆ, ਜਦ ਤੱਕ ਕਲੋਜ਼ ਕਰਾ ਕੇ ਉਹਨੂੰ ਫਿਰ ਅੰਦਰੋਂ ਅਪਗ੍ਰੇਡ ਕਰਾਉਣ ਦੀ ਵਾਰੀ ਆਈ, ਉਹਦੇ 'ਚ ਰਸਦ ਪਾਉਣ ਦੀ ਵਾਰੀ ਆਈ, ਪਤਾ ਲੱਗਾ ਕਿ ਪੈਸੇ ਹੀ ਮੁੱਕ ਗਏ। ਫਿਰ ਉਹਦੀ ਐਡਵਰਟਾਈਜ਼ਮੈਂਟ ਦਾ ਕੰਮ ਚੱਲਦਾ ਹੈ, ਫਿਰ ਉਦੋਂ ਤੱਕ ਤੁਹਾਡੀ ਵੈਸੇ ਹੀ ਬੰਦਾ ਥੱਕ ਚੁੱਕਿਆ ਹੁੰਦਾ ਪੈਸੇ ਲਾ ਕੇ। ਔਰ ਅਖੀਰ ਕੀ ਨਿਕਲਦਾ ਰਿਜ਼ਲਟ ਕਿ ਇੰਨਾ ਪੈਸਾ, ਇੰਨੀ ਐਨਰਜੀ, ਸਮਾਂ ਖਰਾਬ ਕਰਨ ਤੋਂ ਬਾਅਦ ਲੋਕ ਫਿਰ ਹੱਥ ਝਾੜ ਕੇ ਬਾਹਰ ਨਿਕਲਦੇ ਉਹਨਾਂ ਬਿਜ਼ਨਸਿਸ 'ਚੋਂ। ਤਾਂ ਇੱਦਾਂ ਦੀ ਗਲਤੀ ਕਦੀ ਨਾ ਕਰੋ ਜਦ ਤੱਕ ਤੁਹਾਨੂੰ ਕਿਸੇ ਬਿਜ਼ਨਸ ਬਾਰੇ ਸਾਰੀ ਜਾਣਕਾਰੀ ਜਿੱਦਾਂ ਦੱਸਿਆ ਹੈ ਸ਼ਮਸ਼ੇਰ ਹੋਰਾਂ ਨੇ। ਕਈ ਵਾਰੀ ਕੁਝ ਐਸੇ ਲੂਪ ਹੋਲ ਹੁੰਦੇ ਆ ਕਲੌਜ਼ਸ ਦੇ ਵਿੱਚ ਬਿਲਡਰ ਵੱਲੋਂ, ਜਿਨ੍ਹਾਂ ਨੇ ਪਲਾਜ਼ੇ ਡਿਵੈਲਪ ਕਰਨੇ ਆ, ਤੁਹਾਨੂੰ ਪਤਾ ਨਹੀਂ ਹੁੰਦਾ, ਤੁਸੀਂ ਫਸ ਜਾਂਦੇ ਹੋ, ਲੈ ਕੇ ਬਹਿ ਜਾਂਦੇ ਹੋ। ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ, ਉਸ ਡੈਮੋਗ੍ਰਾਫਿਕਲੀ ਉਹ ਸਾਰੀ ਜਾਣਕਾਰੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਸੋ ਬਹੁਤ ਸਾਰੇ ਐਸਪੈਕਟਸ ਹੈ ਜਿਹੜੇ ਇਹਦੇ ਨਾਲ ਜੁੜੇ ਹੁੰਦੇ ਆ। ਔਰ ਜਿਹੜੇ ਬੰਦਿਆਂ ਦਾ ਇਹ ਬਿਜ਼ਨਸ ਹੈ, ਜਿਨ੍ਹਾਂ ਦੀ ਇਹ ਆਪਣੀ ਇੱਕ ਜਿਹੜੀ ਫੀਲਡ ਹੈ ਜਿਨ੍ਹਾਂ ਦਾ, ਉਹੀ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਸਕਦੇ ਆ। ਤੋ ਇਹ ਬਹੁਤ ਵਾਰੀ ਅਸੀਂ ਜਾਣਦੇ, ਸਾਡੇ ਬਹੁਤ ਭੈਣ ਭਰਾ ਜਿਹੜੇ ਟਰੱਕਿੰਗ ਇੰਡਸਟਰੀ 'ਚ ਹੈ, ਉਹ ਕਹਿੰਦੇ ਜੀ ਬਹੁਤ ਦੇਰ ਹੋ ਗਈ ਟਰੱਕ ਚਲਾਉਂਦਿਆਂ ਨੂੰ, ਹੁਣ ਕੋਈ ਬਿਜ਼ਨਸ ਕਰੀਏ। ਫਿਰ ਕਿਹੜਾ ਬਿਜ਼ਨਸ ਕਰੀਏ, ਕਿਉਂ ਕਰੀਏ, ਕਿੱਥੇ ਕਰੀਏ, ਇਹ ਬੜਾ ਵੱਡਾ ਫੈਸਲਾ ਹੈ। ਉਹਦੇ ਲਈ ਤੁਸੀਂ ਜੇ ਰੀਅਲ estate ਵਾਲਾ ਪਾਰਟ ਜਿਹੜਾ ਹੈਗਾ ਉਹ ਇਹਨਾਂ ਨਾਲ ਗੱਲ ਕਰ ਸਕਦੇ ਹੋ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ 17-18 ਸਾਲ ਤੋਂ ਇਹ ਟੀਮ ਫੁੱਲ ਟਾਈਮ ਇਹਨਾਂ ਦਾ ਇਹੀ ਕੰਮ ਹੈ, ਔਰ ਤਜਰਬਾ ਹੈ ਇਹਨਾਂ ਨੂੰ ਕੱਲੇ ਪਲਾਜ਼ੇ ਦਾ, ਕੱਲੇ ਇਲਾਕੇ ਦਾ, ਨਾ ਸਿਰਫ GTA ਦੇ ਵਿੱਚ ਬਲਕਿ GTA ਤੋਂ ਬਾਹਰ ਵੀ ਬਹੁਤ ਸਾਰੇ ਨਵੇਂ ਏਰੀਆਜ਼ ਡਿਵੈਲਪ ਹੋ ਰਹੇ ਹੈ। ਅੱਜ ਤੁਹਾਡੀ ਉੱਥੇ ਲਈ ਹੋਈ ਪ੍ਰਾਪਰਟੀ ਕੱਲ੍ਹ ਨੂੰ ਉੱਥੇ ਬਹੁਤ ਐਪਰੀਸ਼ੀਏਸ਼ਨ ਹੋਏਗੀ, ਉੱਥੇ ਬਹੁਤ ਲੋਕ ਆਉਣਗੇ, ਫਿਰ ਤੁਹਾਡਾ ਬਿਜ਼ਨਸ ਬਹੁਤ ਗਰੋ ਕਰੇਗਾ। ਤੇ ਇਜ਼ ਇਟ ਦ ਰਾਈਟ ਟਾਈਮ ਟੂ ਇਨਵੈਸਟ ਦੇਅਰ ਔਰ ਨਾਟ? ਕਈ ਵਾਰ ਤੁਸੀਂ ਸੋਚ ਕੇ ਬੈਠ ਜਾਓ ਕਿ ਨਹੀਂ ਜੀ ਸਾਲ 2 ਸਾਲ 'ਚ ਤੇ ਬਾਰੇ ਨਿਆਰੇ ਹੋ ਜਾਣੇ, ਪਤਾ ਲੱਗਾ ਉੱਥੇ ਡਿਵੈਲਪਮੈਂਟ ਹੀ ਨਹੀਂ ਹੋਈ ਔਰ ਤੁਸੀਂ ਫਸ ਗਏ ਜਾ ਕੇ ਉੱਥੇ। ਤਾਂ ਇਹਦੇ ਲਈ ਕੋਈ ਵੀ ਵੱਡਾ ਡਿਸੀਜਨ ਹੈ ਲੈਣ ਤੋਂ ਪਹਿਲਾਂ ਤੁਸੀਂ ਇਸ ਟੀਮ ਨਾਲ ਗੱਲ ਕਰੋ। ਔਰ ਪ੍ਰਵੀਨ ਜੀ ਤੁਸੀਂ ਲਾਸਟ ਕੁਝ ਐਡ ਕਰਨਾ ਚਾਹੋ? ਬਸ ਸੈਣੀ ਸਾਹਿਬ ਇਹੀ ਹੈ, ਮੈਂ ਜਿਸ ਤਰ੍ਹਾਂ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਹਮੇਸ਼ਾ ਜਦੋਂ ਵੀ ਤੁਹਾਨੂੰ ਕੋਈ ਵੀ ਕੁਐਸਚਨ ਹੋਵੇ, ਇਟਸ ਬੈਟਰ ਕਿ ਆਪਾਂ ਐਕਸਪਰਟ ਦੀ ਐਡਵਾਈਸ ਲਈਏ, ਕਿਉਂਕਿ ਉਹਦੇ 'ਚ ਇਹ ਹੁੰਦਾ ਕਿ ਉਹ ਇਸ ਪ੍ਰੋਸੈਸ ਨੂੰ ਬਾਰ-ਬਾਰ ਗੋ ਥਰੂ ਹੋਏ ਹੁੰਦੇ ਆ। ਉਹ ਤੁਹਾਨੂੰ ਆਈਡੀਆ ਦੱਸ ਦਿੰਦੇ ਆ ਕਿ ਇੱਥੇ ਗਲਤੀ ਹੋਣ ਦੇ ਚਾਂਸਸ ਨੇ, ਤੁਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ। ਜਿਸ ਤਰ੍ਹਾਂ ਹੁਣ ਸੈਣੀ ਦਾ ਤੁਸੀਂ ਗੱਲ ਕੀਤੀ, ਆਪਾਂ ਕਈ ਵਾਰੀ ਵੀ ਡਿਸਕਸ ਕੀਤਾ, ਬੜੇ ਡਿਵੈਲਪਰਸ ਨੇ ਜਿਹੜੇ ਜਦੋਂ ਕੋਈ ਵੀ ਬਿਲਡਿੰਗ ਬਣਾਉਂਦੇ ਆ, ਉਹ ਬੜੇ ਕੰਸਲਟੈਂਟਸ ਨੂੰ ਪਹਿਲਾਂ ਹਾਇਰ ਕਰਦੇ ਆ। ਉਹ ਦੇਖਦੇ ਆ ਕਿ ਇੱਥੇ ਐਬਜ਼ੌਰਪਸ਼ਨ ਰੇਟ ਕੀ ਹੋਊਗਾ, ਜੇ ਅਸੀਂ ਇਦਾਂ ਦਾ ਯੂਨਿਟ ਬਣਾਈਏ ਇਹ ਛੇਤੀ ਵਿਕੂਗਾ, ਕਿ ਜੇ ਅਸੀਂ ਇੱਥੇ ਵੱਡਾ ਯੂਨਿਟ ਬਣਾਈਏ ਉਹ ਛੇਤੀ ਵਿਕੂਗਾ। ਜੇ ਇਹੋ ਜਿਹੇ ਲੋਕਾਂ ਨੂੰ ਇੰਨਾ ਹੋਮਵਰਕ ਕਰਨਾ ਪੈਂਦਾ ਤਾਂ ਇਮੈਜਿਨ ਕਰੋ ਕਿ ਜੇ ਆਪਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਤਾਂ ਆਪਾਂ ਨੂੰ ਕਿੰਨਾ ਹੋਮਵਰਕ ਕਰਨ ਦੀ ਲੋੜ ਆ ਜਦੋਂ ਆਪਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਹਾਂ ਜੀ। ਠੀਕ ਹੈ ਜੀ। ਲਓ ਜੀ, ਇਹਨਾਂ ਦੇ ਕੋਲ ਕਾਫੀ ਸਾਰੇ ਇਹਨਾਂ ਦੇ ਟੀਮ ਮੈਂਬਰਸ ਵੀ ਨੇ, ਤੇ ਤੁਸੀਂ ਗੱਲ ਤੇ ਇੱਕ ਕਿਸੇ ਨਾਲ ਕਰਨੀ ਹੈ, ਲੇਕਿਨ ਬਾਕੀ ਸਾਰੇ ਹੀ ਜਿਹੜੇ ਉਸ ਟੀਮ ਦੇ ਵਿੱਚ ਹਿੱਸਾ ਨੇ ਉਹ ਵੀ ਤੁਹਾਨੂੰ ਇਹਨਾਂ ਨੂੰ ਸਪੋਰਟ ਉਹ ਕਰਦੇ ਆ। ਇਸ ਕਰਕੇ ਇਹਨਾਂ ਕੋਲ ਚੁਆਇਸ ਵੱਧ ਜਾਂਦੀ ਹੈ। ਤੇ ਜੇ ਤੁਸੀਂ ਕੋਈ ਸੈੱਲ ਵੀ ਕਰਨਾ ਹੋਏਗਾ ਬਿਜ਼ਨਸ, ਜਾਂ ਤੁਹਾਡਾ ਕੋਈ ਤੁਸੀਂ ਕੋਈ ਆਪਣੀ ਪ੍ਰਾਪਰਟੀ ਸੈੱਲ ਕਰਨੀ ਹੈ ਰੈਜ਼ੀਡੈਂਸ਼ੀਅਲ ਵੀ, ਤਾਂ ਇਹਨਾਂ ਕੋਲ ਚੁਆਇਸ ਹੈ, ਔਰ ਇਹਨਾਂ ਕੋਲ ਪਲੇਟਫਾਰਮ ਵੀ ਵੱਡਾ ਹੈ, ਔਰ ਪ੍ਰਮੋਸ਼ਨ ਦੇ ਵੀ ਇਹਨਾਂ ਕੋਲ ਬੜੇ ਸਾਰੇ ਆਸਪੈਕਟਸ ਹੈਗੇ ਆ। ਤਾਂ ਆਈ ਐਮ ਸ਼ੋਰ ਕਿ ਤੁਸੀਂ ਇਸੇ ਕਰਕੇ ਇਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਦੇ ਕਲਾਇੰਟਸ ਨੇ ਜਿਹੜੇ ਰਿਪੀਟ ਹੋ ਰਹੇ ਇਹਨਾਂ ਦੇ ਨਾਲ ਸਾਲ 2 ਸਾਲ, ਸਾਲ ਦਰ ਸਾਲ ਲਗਾਤਾਰ ਇਹਨਾਂ ਨਾਲ ਉਹ ਜੁੜੇ ਹੋਏ ਹੈ। ਤੇ ਤੁਸੀਂ ਵੀ ਅਗਰ ਇਸ ਟੀਮ ਨਾਲ ਜੁੜਨਾ ਚਾਹੋ
ਔਰ ਰੀਅਲ ਸਟੇਟ ਦੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਕਿਸੇ ਵੀ ਐਸਪੈਕਟ ਤੇ ਕੋਈ ਜਾਣਕਾਰੀ ਚਾਹੀਦੀ ਹੋਵੇ ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਗਲੇ ਹਫਤੇ ਫਿਰ ਮਿਲਦੇ ਹਾਂ ਜੀ। ਥੈਂਕ ਯੂ ਸੈਣੀ ਸਾਹਿਬ। ਔਰ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ। ਥੈਂਕ ਇਹ ਸੀ ਸਾਡਾ ਅੱਜ ਦਾ ਇਹ ਐਪੀਸੋਡ ਪ੍ਰਵਾਸੀ ਪ੍ਰਾਪਰਟੀਜ਼ ਦਾ, ਔਰ ਅਗਲੇ ਹਫਤੇ ਇਹ ਨਾਲ ਦੁਬਾਰਾ ਗੱਲ ਕਰਾਂਗੇ ਨਵੇਂ ਵਿਸ਼ਿਆਂ ਤੇ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।